बिस्मिल्लाहिर्रहमानिर्रहीम अस्सलामु अलैकुम व रहमतुल्लाहि व बरकातहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए, अल्लाह ताला सब नूं अपने हिफ्ज़ो ईमान दे विच रखे। अज दे वीलॉग दे विच मैं तुहानूं एक ऐसा अनोखा वाकया कि एक जोड़ा शादी करदा आ, उन्हां दे खानदान दे विच जदों भी कोई बच्चा पैदा हुंदा ते ओह माजूर ही हुंदा ते ਉਹ ਜਿਹੜਾ ਜੋੜਾ ਆ ਸ਼ਾਦੀ ਕਰਦਾ ਤੇ ਉਹ ਆਪਸ ਵਿੱਚ ਹੀ ਉਹਨਾਂ ਦੀ ਪਿਆਰ ਮੁਹੱਬਤ ਦੀ ਸ਼ਾਦੀ ਹੁੰਦੀ ਆ, ਲੇਕਿਨ ਉਹ ਬੱਚਾ ਨਹੀਂ ਪੈਦਾ ਕਰਨਾ ਚਾਹੁੰਦੇ ਤੇ ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਲਓ ਜੀ, ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਔਰ ਨਾਲ ਘੰਟੀ ਦੇ ਬਟਨ ਨੂੰ ਜ਼ਰੂਰ ਦਬ ਦੇਣਾ ਤਾਂ ਕਿ ਜਦੋਂ ਵੀ ਨਵੀਂ ਵੀਡੀਓ ਅਪਲੋਡ ਹੋਵੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਇਹ ਵਾਕਿਆ ਇਸ ਤਰ੍ਹਾਂ ਦਾ ਕਿ 25 ਜਨਵਰੀ ਨੂੰ ਇਹ ਵਾਕਿਆ ਪੇਸ਼ ਆਇਆ। ਇਹ ਇੰਡੀਆ ਬੰਬਈ ਦਾ ਸ਼ਹਿਰ ਹੈ, ਉੱਥੇ ਦਾ ਇਹ ਵਾਕਿਆ ਕਿ ਸਵੇਰ 7:30 ਵਜੇ ਇੱਕ ਸਵੀਪਰ ਜਿਹੜਾ ਉਹ ਨਾ ਝਾੜੂ ਮਾਰਦਾ ਜਾਂ ਤੁਸੀਂ ਕਹਿ ਲਓ ਕਿ ਜਿੱਥੇ ਕੂੜਾ ਸਟੈਂਡ ਹੁੰਦਾ ਉੱਥੇ ਹੁੰਦਾ, ਉਹ ਦੇਖਦਾ ਕਿ ਉਹ ਲੋਡ ਕਰਨ ਲੱਗਦੇ ਗੱਡੀ ਤੇ ਕਚਰਾ ਵਗੈਰਾ ਤੇ ਉੱਥੇ ਇੱਕ ਲਾਸ਼ ਦੇਖਦੇ ਨੇ ਜਲੀ ਹੋਈ ਤੇ ਜਿਹਦਾ ਚਿਹਰਾ ਬਿਲਕੁਲ ਮਸਕ ਹੁੰਦਾ, ਪਹਿਚਾਣ ਨਹੀਂ ਹੁੰਦੀ ਤੇ ਉਹ ਪੁਲਿਸ ਨੂੰ ਬੁਲਾਉਂਦੇ ਨੇ ਕਾਲ ਕਰਕੇ। ਪੁਲਿਸ ਉੱਥੇ ਮੌਕੇ ਤੇ ਆ ਜਾਂਦੀ ਆ ਤੇ ਆ ਕੇ ਤੇ ਉਸ ਲਾਸ਼ ਨੂੰ ਚੁੱਕਦੀ ਆ ਤੇ ਚੁੱਕ ਕੇ ਤੇ ਲੈ ਜਾਂਦੀ ਆ ਤੇ ਫਿਰ ਪੁਲਿਸ ਜਿਹੜੀ ਆ ਸੀਸੀਟੀਵੀ ਕੈਮਰੇ ਜਿੰਨੇ ਵੀ ਆਲੇ ਦੁਆਲੇ ਲੱਗੇ ਉਹਨਾਂ ਤੋਂ ਮਦਦ ਲੈਂਦੀ ਆ ਕਿ ਇਹ ਲਾਸ਼ ਕਿਹਦੀ ਆ, ਪਤਾ ਲੱਗ ਸਕੇ ਇਹਨੂੰ ਕੌਣ ਸੁੱਟ ਕੇ ਗਿਆ। ਹੁਣ ਪੁਲਿਸ ਜਿਹੜੀ ਆ ਆਸੇ ਪਾਸੇ ਲੱਗੇ ਹੋਏ ਸਾਰੇ ਕੈਮਰੇ ਉਹਨਾਂ ਨੂੰ ਚੈੱਕ ਕਰਦੀ ਆ, ਉਹਨਾਂ ਤੋਂ ਮਦਦ ਲੈਂਦੀ ਆ ਤੇ ਪੁਲਿਸ ਨੂੰ ਇੱਕ ਸੀਸੀਟੀਵੀ ਕੈਮਰੇ ਤੋਂ ਥੋੜਾ ਜਿਹਾ ਇੱਕ ਇਸ਼ਾਰਾ ਮਿਲ ਜਾਂਦਾ ਕਿ ਉਹ ਜਿਹੜੀ ਕਾਰ ਆਂਦੀ ਆ ਨਾ ਉਹਦੀ ਨੰਬਰ ਪਲੇਟ ਜਿਹੜੀ ਆ ਨਾ ਉਹ ਸਾਹਮਣੇ ਆ ਜਾਂਦੀ ਆ, ਲੇਕਿਨ ਦੋ ਬੰਦੇ ਜਿਹੜੇ ਉਤਰਦੇ ਨੇ ਔਰ ਇਸ ਲਾਸ਼ ਨੂੰ ਸੁੱਟ ਕੇ ਚਲੇ ਜਾਂਦੇ ਨੇ ਉਹ ਪਹਿਚਾਣ ਨਹੀਂ ਹੁੰਦੇ ਕਿਉਂਕਿ ਉਹਨਾਂ ਨੇ ਮਾਸਕ ਲਾਇਆ ਹੁੰਦਾ ਮੂੰਹ ਨੂੰ, ਇਸ ਵਾਸਤੇ ਉਹ ਪਹਿਚਾਣ ਨਹੀਂ ਹੁੰਦੇ ਹੈਗੇ। ਪੁਲਿਸ ਨੇ ਫਿਰ ਉਹ ਜਿਹੜੀ ਨੰਬਰ ਪਲੇਟ ਗੱਡੀ ਤੇ ਲੱਗੀ ਸੀ ਉਹ ਤੋਂ ਮਦਦ ਲੈ ਕੇ ਪਤਾ ਕੀਤਾ ਕਿ ਇਹਦਾ ਮਾਲਕ ਗੱਡੀ ਦਾ ਕੌਣ ਆ, ਇਹ ਕਿਹਦੇ ਨਾਮ ਆ ਗੱਡੀ। ਉਸ ਮਾਲਕ ਨੂੰ ਪੁਲਿਸ ਜਿਹੜੀ ਆ ਬੁਲਵਾ ਲੈਂਦੀ ਆ। ਉਹ ਗੱਡੀ ਜਿਹੜੀ ਸੀ ਉਹ ਸ਼ਿਫ ਨਾਮੀ ਆਦਮੀ ਦੇ ਨਾਮ ਸੀ ਤੇ ਪੁਲਿਸ ਜਿਹੜੀ ਆ ਸ਼ਿਫ ਨੂੰ ਥਾਣੇ ਬੁਲਾ ਲੈਂਦੀ ਆ, ਕਹਿੰਦੀ ਆ ਕਿ ਆ ਜਾ ਬਈ, ਆਹ ਤੇਰੀ ਗੱਡੀ ਆ, ਫਲਾਂ ਜਗ੍ਹਾ ਤੇ ਲਾਸ਼ ਇਸ ਗੱਡੀ ਦੇ ਵਿੱਚ ਰੱਖ ਕੇ ਤੇ ਕੋਈ ਲੈ ਕੇ ਗਿਆ ਤੇ ਆ ਜਾ। ਉਹ ਕਹਿੰਦਾ ਕਿ ਮੈਂ ਤਾਂ 2 ਮਹੀਨੇ ਹੋ ਗਏ ਇਹ ਕਾਰ ਜਿਹੜੀ ਆ ਵੇਚਤੀ, ਮੇਰੇ ਤੇ ਇਸਤੇਮਾਲ ਦੇ ਵਿੱਚ ਹੀ ਨਹੀਂ ਹੈਗੀ, ਮੈਂ ਤਾਂ ਦੇਤੀ ਕਾਰ। ਪੁਲਿਸ ਫਿਰ ਸ਼ੈਫ ਨੂੰ ਪੁੱਛਦੀ ਆ ਕਿ ਇਹ ਕਾਰ ਤੂੰ ਕਿਹਨੂੰ ਵੇਚੀ ਆ ਤੇ ਉਹਨੇ ਕਿਹਾ ਕਿ ਇਹ ਕਾਰ ਜਿਹੜੀ ਆ ਮੈਂ ਅਜੀਤ ਨਾਮੀ ਇੱਕ ਸ਼ਖਸ ਨੂੰ ਵੇਚਤੀ, 2 ਮਹੀਨੇ ਹੋ ਗਏ ਮੈਂ ਤਾਂ ਕਾਰ ਹੀ ਨਹੀਂ ਇਹ ਚਲਾ ਰਿਹਾ, ਉਹ ਬੰਦਾ ਹੀ ਚਲਾ ਰਿਹਾ। ਉਹਨੇ ਕਿਹਾ ਕਿ ਉਹ ਅਜੀਤ ਦਾ ਨੰਬਰ ਦੇ। ਅਜੀਤ ਦਾ ਫੋਨ ਨੰਬਰ ਲੈ ਕੇ ਪੁਲਿਸ ਜਿਹੜੀ ਆ ਅਜੀਤ ਨੂੰ ਪਕੜ ਲੈਂਦੀ ਆ, ਉਹਦੀ ਲੋਕੇਸ਼ਨ ਤੋਂ ਦੇਖ ਕੇ ਤੇ ਪਕੜ ਕੇ ਥਾਣੇ ਲੈ ਆਉਂਦੀ ਆ। ਅਜੀਤ ਨੂੰ ਕਹਿੰਦੀ ਹਾਂ ਬਈ ਇਹ ਕੀ ਵਾਕਿਆ, ਕਿੱਦਾਂ ਇਹ ਲਾਸ਼ ਆ, ਕੌਣ ਆ, ਕਿਹਨੂੰ ਲੈ ਕੇ ਆਏ ਹੋ। ਤੇ ਅਜੀਤ ਕਹਿੰਦਾ ਕਿ ਇਹ ਤਾਂ ਮੇਰੀ ਬੀਵੀ ਆ ਸ਼ੈਲਫਾ। ਤੇ ਉਹਨਾਂ ਨੇ ਕਿਹਾ ਕਿ ਇਹਨੂੰ ਤੂੰ ਕਿਉਂ ਮਾਰਿਆ, ਇੱਥੇ ਕਿਉਂ ਸੁੱਟਿਆ। ਉਹ ਹੁਣ ਸਾਰੀ ਸਟੋਰੀ ਦੱਸਦਾ। ਉਹ ਕਹਿੰਦਾ ਸਾਡੇ ਰਿਸ਼ਤੇਦਾਰਾਂ ਦੇ ਵਿੱਚ, ਸਾਡੇ ਖਾਨਦਾਨ ਦੇ ਵਿੱਚ ਜਿਹੜੇ ਬੰਦੇ ਵੀ ਸ਼ਾਦੀ ਕਰਦੇ ਸੀ ਉਹ ਮਜ਼ਦੂਰ ਹੀ ਬੱਚੇ ਪੈਦਾ ਹੁੰਦੇ ਸੀ ਤੇ ਸਾਡੇ ਕਜ਼ਨ ਦੇ ਨਾਲ ਸ਼ਾਦੀ ਇੱਕ ਦੂਜੇ ਨਾਲ ਕਰਨੇ ਤੋਂ ਮਨਾ ਸੀ ਕਿ ਇੱਕ ਦੂਜੇ ਨਾਲ ਸ਼ਾਦੀ ਨਹੀਂ ਕਰਨੀ ਕਿਉਂਕਿ ਬੱਚੇ ਮਜ਼ਦੂਰ ਹੀ ਪੈਦਾ ਹੁੰਦੇ ਆ। ਲੇਕਿਨ ਅਸੀਂ ਦੋਨੋਂ ਇੱਕ ਦੂਜੇ ਨਾਲ ਪਿਆਰ ਮੁਹੱਬਤ ਕਰਦੇ ਸੀ ਤੇ ਅਸੀਂ ਰਹਿ ਨਹੀਂ ਸੀ ਸਕਦੇ। ਅਸੀਂ ਕਿਹਾ ਕਿ ਚਲੋ ਸ਼ਾਦੀ ਆਪਾਂ ਕਰ ਲਈਏ, ਬੱਚੇ ਨਾ ਪੈਦਾ ਹੋਣ ਤੇ ਬੱਚੇ ਨਾ ਅਸੀਂ ਪੈਦਾ ਕਰਾਂਗੇ। ਲੇਕਿਨ ਸ਼ਾਦੀ ਕਾਫੀ ਅਰਸਾ ਹੋ ਗਿਆ, ਗੁਜ਼ਰ ਗਈ। ਉਸ ਤੋਂ ਬਾਅਦ ਅਹਿਸਾਸ ਹੋਇਆ ਕਿ ਬੱਚੇ ਵੀ ਹੋਣੇ ਚਾਹੀਦੇ ਨੇ। ਅਸੀਂ ਫਿਰ ਸੋਚਿਆ ਕਿ ਬੱਚੇ ਪੈਦਾ ਕਰਨੇ ਚਾਹੀਦੇ ਨੇ ਤੇ ਅਸੀਂ ਫਿਰ ਇਹਦਾ ਹੱਲ ਲੱਭ ਰਹੇ ਸੀ ਕਿ ਕੋਈ ਗੋਦ ਲੈ ਲਈਏ ਬੱਚਾ, ਲੇਕਿਨ ਅਸੀਂ ਕੋਈ ਗੋਦ ਵੀ ਨਹੀਂ ਸੀ ਲੈਣਾ ਚਾਹੁੰਦੇ ਬੱਚਾ। ਫਿਰ ਅਸੀਂ ਦੋਨਾਂ ਮੀਆਂ ਬੀਵੀ ਨੇ ਪਲਾਨਿੰਗ ਬਣਾਈ ਕਿ ਇਸ ਤਰ੍ਹਾਂ ਕੋ ਕੰਮ ਕਰੀਏ ਕਿ ਜਿਹਦੇ ਨਾਲ ਸਾਨੂੰ ਔਲਾਦ ਮਿਲ ਜਾਏ। ਹੁਣ ਜਿਹੜਾ ਆਦਮੀ ਆ ਉਹ ਕਹਿੰਦਾ ਕਿ ਮੈਂ ਨਾ ਇਹ ਜਿਹੜਾ ਸ਼ੈਫ ਸੀ ਮੇਰਾ ਦੋਸਤ ਸੀ, ਮੈਂ ਇਹਦੇ ਨਾਲ ਗੱਲਬਾਤ ਕੀਤੀ ਕਿ ਯਾਰ ਤੂੰ ਇਸ ਤਰ੍ਹਾਂ ਕਰ ਕਿ ਯਾਰ ਮੇਰੇ ਤੈਨੂੰ ਪਤਾ ਸ਼ਾਦੀ
ਕਜ਼ਨ ਦੇ ਨਾਲ ਹੋਈ ਆ, ਅਸੀਂ ਬੱਚਾ ਨਹੀਂ ਲੈਣਾ ਚਾਹੁੰਦੇ। ਲੇਕਿਨ ਅਗਰ ਬੱਚਾ ਹੋਇਆ ਤੇ ਉਹ ਮਾਜ਼ੂਰ ਹੋਏਗਾ, ਉਹਦਾ ਫਾਇਦਾ ਕੋਈ ਨਹੀਂ। ਤੂੰ ਇਸ ਤਰ੍ਹਾਂ ਕਰ, ਤੂੰ ਮੇਰੀ ਬੀਵੀ ਦੇ ਨਾਲ ਤਾਲੁਕਾਤ ਬਣਾ। ਤੇ ਉਹ ਸ਼ੈਫ ਉਹਦੇ ਮੂੰਹ ਵੱਲ ਨੂੰ ਵੇਖਦਾ ਤੇ ਦੇਖ ਕੇ ਤੇ ਜਦੋਂ ਉਹਦੇ ਤਾਸਰਾਤ ਦੇਦਾ, ਉਹ ਕਹਿੰਦਾ ਠੀਕ ਆ ਯਾਰ, ਤੂੰ ਦੋਸਤ ਆ ਮੇਰਾ, ਜਿਵੇਂ ਤੂੰ ਕਹਿੰਦਾ। ਤੇ ਫਿਰ ਇਹ ਆਪਣੀ ਬੀਵੀ ਕੋ ਜਾਂਦਾ ਅਜੀਤ, ਜਾ ਕੇ ਸ਼ਹਿਲਾ ਨੂੰ ਕਹਿੰਦਾ ਕਿ ਤੂੰ ਇਸ ਤਰ੍ਹਾਂ ਕਰ ਕਿ ਆਪਣਾ ਜਿਹੜਾ ਜ਼ੇਨ ਬਣਾ, ਉਹ ਜਿਹੜਾ ਮੇਰਾ ਦੋਸਤ ਆ ਉਹਦੇ ਨਾਲ ਰਿਲੇਸ਼ਨ ਕਾਇਮ ਕਰ, ਤਾਲੁਕਾਤ, ਤਾਂ ਕਿ ਸਾਡੇ ਬੱਚਾ ਹੋ ਸਕੇ। ਤੇ 2 ਮਹੀਨੇ ਗੁਜ਼ਰ ਗਏ, ਫਿਰ ਉਹਨਾਂ ਦੋਨਾਂ ਨੇ ਤਾਲੁਕਾਤ ਬਣਾ ਲਏ। 2 ਮਹੀਨੇ ਗੁਜ਼ਰ ਗਏ, ਕੋਈ ਬੱਚਾ ਨਾ ਹੋਇਆ। ਫਿਰ ਬੀਵੀ ਜਿਹੜੀ ਕਹਿੰਦੀ ਆ ਕੀ ਆ, ਤੂੰ 2 ਮਹੀਨੇ ਹੋ ਗਏ, ਕੋਈ ਬੱਚਾ ਵੀ ਨਹੀਂ ਹੋਇਆ, ਇਹਦੇ ਨਾਲ ਬਿਹਤਰ ਆ ਅਸੀਂ ਕੋਈ ਗੋਦ ਲੈ ਲਈਏ। ਉਹ ਜਾ ਕੇ ਸ਼ੈਫ ਨੂੰ ਦੱਸਦਾ ਕਿ ਯਾਰ ਉਹ ਬੱਚਾ ਤਾਂ ਹੋਇਆ ਨਹੀਂ, ਤੇ ਫਿਰ ਮੇਰੀ ਬੇਗਮ ਇਸ ਤਰ੍ਹਾਂ ਕਹਿੰਦੀ ਆ। ਉਹਨੇ ਉਹਦਾ ਮੂੰਹ ਬੰਦ ਕਰਾਉਣ ਵਾਸਤੇ ਉਹਨੂੰ ਨਾ ਕਾਰ ਗਿਫਟ ਤੋਹਫੇ ਦੇਤੀ ਵੀ ਚਲੋ ਹੁਣ ਮੇਰਾ ਸਿਲਸਿਲਾ ਜਿਹੜਾ ਦਾ ਲੱਗਾ ਰਵੇ। ਉਹਨੇ ਨਾ ਉਹਦਾ ਮੂੰਹ ਬੰਦ ਕਰਾਤਾ ਗੱਡੀ ਦੇ ਕੇ, ਤੇ ਉਹ ਗੱਡੀ ਲੈ ਕੇ ਤੇ ਨਿਕਲ ਗਿਆ ਤੇ ਵਾਪਸ ਆ ਗਿਆ। ਉਹਦੇ ਤਾਲੁਕਾਤ ਫਿਰ ਸ਼ਹਿਲਾ ਦੇ ਨਾਲ ਚੱਲਦੇ ਰਹੇ। ਉਹਦੇ ਖਾਮਦ ਨੂੰ ਦੇਖ ਲਓ, ਸ਼ੌਹਰ ਨੂੰ, ਜਿਹੜਾ ਸਕਾ ਸ਼ੌਹਰ ਸੀ, ਪਹਿਲਾਂ ਪਿਆਰ ਕਰਦਾ ਸੀ, ਮੁਹੱਬਤ ਕਰਦਾ ਸੀ, ਫਿਰ ਸ਼ਾਦੀ ਕਰਾ ਲਈ। ਫਿਰ ਉਹ ਆਪਣੇ ਦੋਸਤ ਦੇ ਅੱਗੇ ਪੇਸ਼ ਕਰਦਾ ਸੀ ਤੇ ਦੋਸਤ ਦੇ ਨਾਲ ਉਹਦਾ ਮਿਲਾਪ ਕਰਾਉਂਦਾ ਸੀ। ਉਹ ਮਿਲਦੇ ਜੁਲਦੇ ਰਹੇ ਇੱਕ ਦੂਜੇ ਦੇ ਨਾਲ, ਤੇ ਕੋਈ ਬੱਚਾ ਪੈਦਾ ਨਾ ਹੋਇਆ। ਫਿਰ ਕਾਰ ਲੈ ਕੇ ਵੀ ਆ ਗਿਆ। ਫਿਰ ਜਦੋਂ ਕਾਰ ਲੈ ਕੇ ਗਿਆ, ਉਹਦੀ ਬੇਗਮ ਜਿਹੜੀ ਸੀ ਨਾ ਸ਼ੈਲਾ, ਉਹਨੂੰ ਗੁੱਸਾ ਚੜਿਆ। ਉਹਨੇ ਕਿਹਾ ਕਿ ਤੂੰ ਕੈਸਾ ਖਾਮਦ ਆ, ਮੇਰਾ ਸ਼ੌਹਰ ਆ, ਜਿਹੜਾ ਕਿਸੇ ਦੇ ਕੋਲ ਮੈਨੂੰ ਵੇਚ ਦਿੱਤਾ, ਮੈਨੂੰ ਰੱਖਤਾ। ਤੇਰੀ ਕਾਹਦੀ ਮੁਹੱਬਤ ਆ, ਝੂਠੀ ਮੁਹੱਬਤ ਆ, ਤੂੰ ਕਾਰ ਦੇ ਇਵਜ਼ ਮੈਨੂੰ ਵੇਚ ਦਿੱਤਾ। ਤੇ ਉਹ ਨਾ ਇਸ ਤਰ੍ਹਾਂ ਤਕਰਾਰ ਕਰਦੇ ਕਰਦੇ ਆਪਸ ਵਿੱਚ ਹੀ ਉਹਨਾਂ ਦੋਨਾਂ ਜੀਆਂ ਦੀ ਲੜਾਈ ਹੋ ਜਾਂਦੀ ਆ। ਤੇ ਉਸ ਦਿਨ ਉਹ 25 ਜਨਵਰੀ ਨੂੰ ਰੱਜ ਕੇ ਸ਼ਰਾਬ ਪੀ ਕੇ ਆਇਆ ਹੁੰਦਾ, ਤੇ ਉਹਨੂੰ ਜਿਸ ਵੇਲੇ ਬਹੁਤਾ ਗੁੱਸਾ ਚੜਦਾ ਤੇ ਉਹਦਾ ਉਹ ਗਲਾ ਦਬਾ ਦਿੰਦਾ। ਜਿਸ ਵੇਲੇ ਗਲਾ ਦਬਾਉਂਦਾ ਤੇ ਉਹ ਸ਼ਰਾਬ ਦੇ ਵਿੱਚ ਨਹੀਂ ਪਤਾ ਲੱਗਾ, ਉਹ ਜ਼ਿਆਦਾ ਹੀ ਦਬ ਗਿਆ ਕਿ ਉਹਦੀ ਮੌਤ ਵਾਕਿਆ ਹੋ ਗਈ। ਜਿਸ ਵੇਲੇ ਮੌਤ ਵਾਕਿਆ ਹੋ ਗਈ, ਆਪ ਵੀ ਉੱਥੇ ਡਿੱਗ ਪਿਆ। ਉਸ ਤੋਂ ਬਾਅਦ ਥੋੜੇ ਜਿਹੇ ਟਾਈਮ ਤੋਂ ਬਾਅਦ ਜਦੋਂ ਉਹਨੂੰ ਹੋਸ਼ ਆਇਆ, ਉਹਨੇ ਕਿਹਾ ਇਹ ਮੈਂ ਕੀ ਕਰ ਬੈਠਾ, ਬੜਾ ਗਲਤ ਹੋ ਗਿਆ ਕੰਮ। ਉਹਨੇ ਆਪਣੇ ਦੋਸਤ ਸ਼ਿਵ ਨੂੰ ਫੋਨ ਕੀਤਾ ਕਿ ਯਾਰ ਮੈਂ ਤੇਰੀ ਭਾਬੀ ਨੂੰ ਮਾਰ ਬੈਠਾ, ਇਸ ਤਰ੍ਹਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਤੇ ਮੈਨੂੰ ਪਤਾ ਨਹੀਂ ਚੱਲਿਆ, ਤੇ ਆਜਾ ਹੁਣ ਇਹਨੂੰ ਕਿਸੇ ਪਾਸੇ ਲਾਈਏ, ਠਿਕਾਣੇ ਲਾਈਏ। ਤੇ ਉਹ ਸ਼ਿਵ ਕਹਿੰਦਾ ਕਿ ਮੈਂ ਹੁਣੇ ਆ ਰਿਹਾ। ਆਏ ਤੇ ਉੱਥੇ ਪਹੁੰਚ ਗਿਆ ਸ਼ਿਵ ਵੀ। ਇਹਨਾਂ ਨੇ ਫਟਾਫਟ ਕਾਰ ਦੀ ਡਿੱਗੀ ਦੇ ਵਿੱਚ ਇੱਕ ਡੱਬੇ ਦੇ ਵਿੱਚ ਪਾ ਕੇ ਲਾਸ਼ ਨੂੰ ਤੇ ਇੱਕ ਨਹਿਰ ਦੇ ਵਿੱਚ ਸੁੱਟਣ ਜਾ ਰਹੇ ਨੇ। ਕਹਿੰਦੇ ਨੇ ਕਿ ਉੱਥੇ ਜਾ ਕੇ ਕੂੜੇ ਵਾਲੀ ਜਗ੍ਹਾ ਤੇ ਸੁੱਟਦੇ ਆ, ਇਹਨੂੰ ਅੱਗ ਲਾਉਂਦੇ ਆ, ਇਹਦੀ ਲਾਸ਼ ਨੂੰ ਮਸਕ ਕਰਦੇ ਆ ਤੇ ਉਸ ਤੋਂ ਬਾਅਦ ਨਹਿਰ ਦੇ ਵਿੱਚ ਸੁੱਟ ਦਿਆਂਗੇ ਔਰ ਨਾਲ ਪੱਥਰ ਬੰਨ ਦਿਆਂਗੇ ਤਾਂ ਕਿ ਲਾਸ਼ ਜਿਹੜੀ ਹੈ ਥੱਲੇ ਬਹਿ ਜਾਏ, ਪਹਿਚਾਣ ਨਾ ਹੋ ਸਕੇ। ਅੱਗੇ ਜਾ ਰਹੇ ਨੇ ਗੱਡੀ ਦੇ ਵਿੱਚ ਲਾਸ਼ ਨੂੰ ਲੈ ਕੇ, ਤੇ ਅੱਗੇ ਪੁਲਿਸ ਦਾ ਨਾਕਾ ਲੱਗਾ। ਜਿਸ ਵੇਲੇ ਨਾਕੇ ਨੂੰ ਵੇਖਦੇ ਆ ਤੇ ਫਟਾਫਟ ਗੱਡੀ ਜਿਹੜੀ ਹੈ ਕੂੜੇ ਸਟੈਂਡ ਵਾਲੇ ਸਾਈਡ ਨੂੰ ਵਾੜ ਦਿੰਦੇ ਨੇ। ਕੂੜੇ ਸਟੈਂਡ ਦੇ ਉੱਤੇ ਜਾ ਕੇ ਤੇ ਇਹਨਾਂ ਨੇ ਫਟਾਫਟ ਉਸ ਲਾਸ਼ ਨੂੰ ਸੁੱਟਿਆ ਤੇ ਬੈਕ ਗੇਅਰ ਲਾਇਆ, ਰਿਵਰਸ ਕੀਤੀ ਗੱਡੀ ਤੇ ਘਰ ਵਾਪਸ ਆ ਜਾਂਦੇ ਨੇ। ਆ ਕੇ ਤੇ ਫਿਰ ਥੋੜੀ ਦੇਰ ਬਾਅਦ ਇਹਨਾਂ ਨੂੰ ਸੋਚ ਆਉਂਦੀ ਆ ਕਿ ਯਾਰ ਅਸੀਂ ਤਾਂ ਬੜਾ ਗਲਤ ਕੰਮ ਕਰ ਰਹੇ ਆ, ਕਿਉਂਕਿ ਉਹ ਲਾਸ਼ ਜਿਹੜੀ ਉਹ ਤਾਂ ਦੂਰੋਂ ਪਹਿਚਾਣੀ ਜਾਣੀ ਆ। ਇਹ ਫਟਾਫਟ ਘਰੋਂ ਜਾ ਕੇ ਤੇ ਫਿਰ ਅੱਧੇ ਘੰਟੇ ਬਾਅਦ ਵਾਪਸ ਜਾਂਦੇ ਨੇ। ਜਾ ਕੇ ਪੈਟਰੋਲ ਲੈ ਕੇ ਤੇ ਉਸ ਲਾਸ਼ ਦੇ ਉੱਤੇ ਸੁੱਟ ਕੇ ਤੇ ਉਹਨੂੰ ਅੱਗ ਲਾਉਂਦੇ ਨੇ। ਜਿਸ ਵੇਲੇ ਅੱਗ ਲਾਉਂਦੇ ਨੇ, ਉਹ ਲਾਸ਼ ਦਾ ਇੰਨਾ ਬੁਰਾ ਹਾਲ ਹੋ ਜਾਂਦਾ, ਪਹਿਚਾਣੀ ਨਹੀਂ ਜਾਂਦੀ, ਉਹਦਾ ਚਿਹਰਾ ਮਸਕ ਹੋ ਜਾਂਦਾ। ਤੇ ਇਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਮੈਂ ਇਹ ਸਾਰੀ ਸਟੋਰੀ ਪੁਲਿਸ ਵਾਲਿਆਂ ਨੂੰ ਸੁਣਾਈ ਤੇ ਪੁਲਿਸ ਵਾਲਿਆਂ ਨੇ ਫਿਰ ਸ਼ੈਫ ਨੂੰ ਉਹਨੂੰ ਵੀ ਬੁਲਵਾ ਲਿਆ, ਉਹਨੂੰ ਵੀ ਫੜ ਲਿਆ। ਤੇ ਹਾਂ ਭਾਈ, ਉਹ ਗੱਡੀ ਦੇ ਲਾਲਚ ਦੇ ਵਿੱਚ ਉਹਨੇ ਦੇਖ ਲਓ ਤੁਸੀਂ ਆਪਣੀ ਬੀਵੀ ਉਹਦੇ ਅੱਗੇ ਪੇਸ਼ ਕੀਤੀ ਰੱਖੀ, ਤੇ ਫਿਰ ਐਂਡ ਤੇ ਜਾ ਕੇ ਫਿਰ ਦੋਨਾਂ ਨੇ ਉਹਨੂੰ ਮਾਰ ਦਿੱਤਾ ਤੇ ਮਾਰ ਕੇ ਤੇ ਉੱਥੇ ਸੁੱਟ ਦਿੱਤਾ। ਤੇ ਦੋਨਾਂ ਨੂੰ ਪੁਲਿਸ ਨੇ ਜਿਹੜਾ ਗ੍ਰਿਫਤਾਰ ਕਰ ਲਿਆ, ਅਜੀਤ ਨੂੰ ਵੀ ਸ਼ੈਫ ਨੂੰ ਵੀ। ਤੇ ਤੁਸੀਂ ਦੇਖੋ ਸ਼ੈਲਾ ਦੀ ਜ਼ਿੰਦਗੀ ਜਿਹੜੀ ਆ ਵਿਚਾਰੀ ਦੀ ਉਹ ਖਤਮ ਹੋ ਗਈ। ਤੇ ਇਹ ਕਿਸ ਤਰ੍ਹਾਂ ਦਾ ਵਾਕਿਆ, ਜਿਹੜਾ ਸ਼ੋਹਰ ਵੀ ਬੇਗੈਰਤ ਜਿਹੜਾ ਕਿਸੇ ਦੇ ਸਾਹਮਣੇ ਪੇਸ਼ ਕਰਦਾ ਤੇ ਔਲਾਦ ਦੀ ਖਾਤਰ, ਤੇ ਇਹਦੇ ਨਾਲ ਬਿਹਤਰ ਇਹ ਹੀ ਆ ਕਿਸੇ ਦੀ ਔਲਾਦ ਜਿਹੜੀ ਆ ਉਹ ਗੋਦ ਲੈ ਲਓ, ਉਹਨੂੰ ਬੱਚੇ ਨੂੰ ਛੋਟੇ ਹੁੰਦੇ ਨੂੰ ਪਾਲ ਲਓ, ਉਹਦੇ 'ਚ ਤੁਸੀਂ ਸਹੀ ਰਹੋਗੇ, ਇਸ ਤਰ੍ਹਾਂ ਦੇ ਗੁਨਾਹ ਤੋਂ ਵੀ ਬਚ ਜਾਓਗੇ। ਇਹ ਸੀ ਅੱਜ ਦਾ ਵਲੌਗ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਇਹਦੇ ਮੁਤਲਕ ਤੁਹਾਡੀ ਕੀ ਰਾਏ ਆ, ਤੁਸੀਂ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ। ਅਸਲਾਮੁ ਅਲੈਕੁਮ व रहमतुल्लाहि व बरकातुहू।